चलिए शुरू करते हैं। ਘੁਮਾਰ ਤੇ ਉਹਨੇ ਮੰਡੀ ਦੇ ਵਿੱਚ ਨਾ ਖੋਤਾ ਖਰੀਦਿਆ ਤੇ ਮੰਡੀ ਦੇ ਵਿੱਚ ਫਿਰ ਨਾ ਉਹ ਬਣਾ ਕੇ ਦਿੰਦੇ ਨੇ ਰਸੀਦ ਰਸੂਦ ਸਾਰਾ ਕੁਝ। ਉਹ ਜਨਾਬ ਮੇਰੇ ਨਾਲ ਉਹਨੇ ਜਨਾਬ ਖੋਤਾ ਅੱਗੇ ਲਾਇਆ ਹੋਇਆ ਘਰ ਲੈ ਕੇ ਆ ਰਿਹਾ ਸੀ ਨਮਾਨ ਦੀਆਂ ਤੇ ਉਹ ਖੋਤਾ ਜਨਾਬ ਵਾਲੀ ਨਾ ਭੱਜ ਗਿਆ ਉਹਦੇ ਕੋਲ। ਉਹਨੇ ਕਿਹਾ ਜਿੱਥੇ ਮਰਜ਼ੀ ਚਲ ਜਾ ਰਸੀਦ ਤਾਂ ਮੇਰੇ ਕੋਲ ਹੀ ਹੈ ਨਾ ਤੂੰ ਜਾ ਜਿੱਥੇ ਮਰਜ਼ੀ ਰਸੀਦ ਤਾਂ ਮੇਰੇ ਕੋਲ ਹੈ ਤੂੰ ਭੱਜ। ਹਾਂ ਐਡੀ ਕਿਹੜੀ ਗੱਲ ਹੈ ਇੱਧਰ ਨੂੰ ਤਾਂ ਸੱਪ ਸੁੰਘ ਗਿਆ कपड़ा सिट दो ना मुंह ते आहो ना दिखेगा ना शर्म आएगा मेरा सिट ਬਈ ਸਜਾਦ ਆ ਰਿਹਾ ਦੋ ਵੀਡੀਓ ਉਹਦੀਆਂ ਬਣਾ ਦੇ ਨਹੀਂ ਉਹਦੀ ਹੋਲੀ ਉਹਨਾਂ ਜੀ ਇੱਕ ਦੂਰ ਦੀ ਨਾ ਕੋਈ ਮਾਸੀ ਫੁੱਫੀ ਰਿਸ਼ਤੇਦਾਰ ਆ ਗਈ ਮਾਂ ਪਿਓ ਦੀ ਨਾ ਦੂਰ ਦੀ। ਉਹ ਘਰ ਬੜਾ ਹੱਸ ਰਿਹਾ ਸੀ 5-6 ਭਰਾ ਇਕੱਠੇ ਖਾਰੇ ਪੀਰੇ। ਉਹ ਆਈ ਉਹਨੇ ਬੂਹੇ 'ਚ ਵੜਦੇ ਸਲਾਮ ਲਿਆ ਸਾਰੀ ਨੂੰਹਾਂ ਨੂੰ ਪਿਆਰ ਦਿਆ ਮੁੰਡਿਆਂ ਨੂੰ ਪਿਆਰ ਦਿਆ। ਉਹਨੇ ਕਿਹਾ ਵੀ ਦੇਖੀ ਅੱਜ ਪਹਿਲੀ ਵਾਰੀ। ਉਹਨੇ ਕਿਹਾ ਮਾਈ ਤੂੰ ਕੌਣ? ਉਹਨੇ ਕਿਹਾ ਮੈਂ ਤੇਰੀ ਮਾਂ ਦੀ ਫੁੱਫੀ ਦੀ ਮਾਸੀ ਪੁਰਾਣਾ ਰਿਸ਼ਤਾ ਕਰਾਇਆ ਦੂਰ ਦਾ ਕਰਾਇਆ। ਉਹਨਾਂ ਨੂੰ ਰੋਟੀ ਪਾਣੀ ਇਹ ਉਹ ਉਹਨਾਂ ਰਿਸ਼ਤਾ ਸਮਝ ਹੀ ਨਾ ਆਇਆ। 7-8 ਦਿਨ ਰਹੀ ਉਹਨੇ ਬੇਨਸਾਰ ਦੀ ਚੁਗਲੀਆਂ ਸਾਦੀ ਦੀਆਂ ਉਧਰ ਉਹ ਸਾਰਿਆਂ ਨੂੰ 8-10 ਦਿਨਾਂ ਚ ਨਾ ਲੜਾ ਕੇ ਲਿਤਰੀ ਨਾ ਉਹਨਾਂ ਨੇ ਚੇਕ ਗੰਡਾ ਪਵਾਤੀ। 9ਵੇਂ ਦਿਨ ਉਹਨੇ ਬੁਰਖਾ ਚੱਕਿਆ ਦਰਵਾਜ਼ੇ ਖੜੋ ਕੇ ਉਹਨੇ ਕਹਿ ਗੱਲ ਸੁਣ ਲਓ ਮੈਨੂੰ ਕਿਹਾ ਸੁਣਿਆ ਮਾਫ ਕਰਿਓ ਸਲਾਮ ਅਲੈਕੁਮ ਹਾਂ ਮੇਰਾ ਕੰਮ ਹੋ ਗਿਆ ਜਿਹੜਾ ਕਰਨਾ ਰਸਤੇ ਰਹੋ ਜੀ। ਸਾਨੂੰ ਵਾਕਿਆ ਸੁਣਨਾ ਮੈਂ ਆਪਣੀ ਨਾ ਜਵਾਨੀ ਦਾ ਸੁਭਾਨ ਨਹੀਂ ਜਵਾਨੀ ਦੇ ਸਮਝੋ ਉਹ ਜਵਾਨੀ ਦਾ ਇਹ ਸੀ ਵੀ ਜਨਾਬ ਮੈਨੂੰ ਨਾ ਸ਼ੌਕ ਹੋਇਆ ਵੀ ਯਾਰ ਨਾ ਮੇਰੇ ਸੀ ਕੋਈ ਬੇਲੀ ਚੋਰ। ਹਾਂ ਉਦੋਂ ਚੋਰੀ ਕਰਕੇ ਆਇਆ ਕਰਨਾ ਪੈਸੇ ਪੂਸੇ ਵੰਡਿਆ ਕਰਨ। ਮੈਂ ਕਿਹਾ ਯਾਰ ਮੈਨੂੰ ਵੀ ਲੈ ਜਾਇਆ ਕਰੋ ਚਲੋ ਕਿ ਦਿਹਾੜੀ ਲੱਗ ਜੂਗੀ ਕੰਮ ਠੀਕ ਆ। ਅੱਛਾ ਉਹ ਜਨਾਬ ਇੱਕ ਦਿਨ ਮੈਨੂੰ ਲੈ ਕੇ ਸਰਦੀਆਂ ਦੀ ਮੌਸਮ ਹਾਂਜੀ ਹਾਂ ਨਾਲ ਲੈ ਕੇ ਕਰੇ ਆ ਜਾ ਵੀ ਤੇਰੀ ਦਿਹਾੜੀ ਬਣਵਾਈਏ। ਮੈਂ ਕਿਹਾ ਦੇਖੀਏ ਤਜਰਬਾ ਕਰਕੇ। ਹਾਂਜੀ ਉਹ ਨਾਲ ਲੈ ਕੇ ਤੇ ਜਨਾਬ ਨੇ ਇੱਕ ਭੇਡਾਂ ਦੇ ਨਾ ਵਾੜੇ ਨੂੰ ਉਹਨੇ ਵਾੜਤਾ। ਉੱਥੇ ਚਲੇ ਗਏ ਜਨਾਬ ਅਲੀ ਸਾਰੇ ਉਹਨਾਂ ਨੇ ਭੇਡਾਂ ਚੱਕੀਆਂ ਮੇਰੇ ਹਿੱਸੇ 'ਚ ਆ ਗਿਆ ਲੇੜਾ। ਉਹ ਮੋਢੇ ਤੇ ਰਾਤੀ ਹੈ ਨਾ ਮੇਰੇ ਹਿੱਸੇ ਜਨਾਬ ਲੇੜਾ ਆ ਗਿਆ ਤੇ ਮੈਂ ਜਨਾਬ ਮੋਢੇ ਤੇ ਰੱਖ ਦਿਆ। ਹੁਣ ਤੁਰੇ ਆ ਰਹੇ ਜਨਾਬ 4 ਬੰਦੇ ਹੋਈਏ। ਉਹ ਲੇੜੇ ਨੂੰ ਜਨਾਬ ਆ ਗਿਆ ਪਿਸ਼ਾਬ। ਉਹਨੇ ਜਦੋਂ ਮੁੱਤੇ ਨਾ ਮੇਰੇ ਤਾਂ ਸਾਰੇ ਕੱਪੜੇ ਸਾਰੀ ਜ਼ਿੰਦਗੀ ਭੈਣ ਕੋਈ ਨਾ ਕੰਮ ਉਹ ਪਿਸ਼ਾਬ ਜਨਾਬ ਸਾਰਾ ਪੈ ਕੇ ਸਰਦੀ ਦੀ ਮੌਸਮ ਦੀ। ਮੈਂ ਕਿਹਾ ਲੈ ਵੀ ਚੰਗੇ ਰਹਿ ਗਏ। ਮੈਂ ਤੇ ਜਨਾਬ ਉਹ ਚੱਕ ਕੇ ਨਾ ਹੇਠਾਂ ਸਿੱਟ ਤੇ ਉਹ ਜਦੋਂ ਪਿਸ਼ਾਬ ਕਰਿਆ ਨਾ ਲੇਲਾ ਮੈਂ ਉਹ ਲੇੜਾ ਹੇਠਾਂ ਸਿੱਟ ਤੇ ਉਹ ਆ ਕੇ ਮਾਰਿਆ ਉਹਨੂੰ ਕੋਈ ਕਸੂਤੀ ਸੱਟ ਲੱਗ ਗਈ। ਉਹ ਮੈਨੂੰ ਗਾਣਾ ਲੱਗ ਗਿਆ ਕੱਢਣ ਵੀ ਉੱਤੇ ਚੱਕ ਇਹਨੂੰ ਤੂੰ ਚੰਗਾ ਫੜੇ ਜਾਵਾਂਗੇ ਉੱਤੇ ਚੱਕ। ਮੈਂ ਜਨਾਬ ਫੇਰ ਚੱਕ ਲਿਆ ਲਓ ਜੀ ਅਗਾ ਜਾ ਕੇ ਨਾ ਜਮ੍ਹਾਂ ਕਰਾਤੇ ਦੇਣੇ ਸੀ। ਉਹ ਜਨਾਬ ਸੁਬਾਹ ਜਦੋਂ ਪੈਸਿਆਂ ਦੀ ਬਥੇਰ ਵਾਰੀ ਆਈ ਨਾ ਉਹ ਕਹਿ ਰਹੇ ਵੇਖ ਕੇ ਤੁਸੀਂ ਮਰਿਆ ਹੋਇਆ ਦੇ ਗਏ ਬਈ। ਉਹ ਆ ਕੇ ਮਾਰੇ ਸੁੱਤੀ ਲੱਗ ਗਈ। ਉਹ ਜਨਾਬ ਮੇਰੇ ਕਹਿ ਰਹੇ ਵੀ ਇੱਕ ਤਾਂ ਤੁਸੀਂ ਮਰਿਆ ਹੋਇਆ ਦੇ ਗਏ ਬਈ ਉਹਦੇ ਤੇ ਪੈਸੇ ਨਹੀਂ ਮਿਲਨੇ। ਉਹ ਮੇਰੇ ਨਾਲ ਦੇ ਕਹਿ ਰਹੇ ਵੀ ਮੀਆਂ ਸਾਹਿਬ ਤੇਰੇ ਹਿੱਸੇ ਦਾ ਮਰਿਆ। ਮੈਂ ਸਾਰੀ ਰਾਤ ਉਹ ਮੁਰਦਾਰ ਚੱਕੀ ਲੱਗੀ ਜਦੋਂ ਪੈਸੇ ਦੀ ਵਾਰੀ ਆਈ ਜਨਾਬ ਨੇ ਕਿਹਾ ਤੇਰੇ ਹਿੱਸੇ ਦਾ। ਮੈਂ ਕਿਹਾ ਮੈਂ ਚੋਰੀਆਂ ਤੇ ਐਵੇਂ ਚੰਗਾ ਛੇ ਜਿਹੜਾ ਨਾ ਮੇਰੇ ਤੇ ਕੋਈ ਇਹੋ ਜਿਹੇ ਭਾਈ ਵਾਕਿਆ ਕੱਟ ਲਾ ਇੱਥੇ ਕੱਟ ਲਾ ਦੇਣਾ। ਇੱਕ ਵਾਕਿਆ ਸੁਣਾਉਂਦਾ। ਕੋਈ ਬੰਦਾ ਸੀ ਉਹਦਾ ਸੁਣਾ ਕੋਈ ਹਾਦਸਾ ਹੋਇਆ ਤੇ ਉਹਦਾ ਜਨਾਬ ਨਾ ਇੱਕ ਬਾਜ਼ੂ ਜ਼ਾਇਆ ਹੋ ਗਿਆ ਹਾਦਸੇ। ਹਾਂ ਜੀ ਇੱਕ ਬਾਜ਼ੂ ਜ਼ਾਇਆ ਹੋ ਗਿਆ ਤੇ ਜ਼ਿੰਦਗੀ ਤੋਂ ਹੋ ਗਿਆ ਤੰਗ। ਉਹਨੇ ਕਿਹਾ ਵੀ ਜ਼ਿੰਦਗੀ ਨਾਲੋਂ ਨਾ ਜੀ ਮੈਂ ਖੁਦਕੁਸ਼ੀ ਕਰ ਲਾ ਤੇ ਚੰਗਾ। ਉਹਨੇ ਜ਼ੇਰ ਬਣਾ ਕੇ ਜਨਾਬ ਲਾਹੌਰ ਰਫਾਨਗੀਆਂ ਚਲਾ ਗਿਆ। ਉੱਥੇ ਜਾ ਕੇ ਮੀਨਾਰੇ ਪਾਕਿਸਤਾਨ ਤੇ ਚੜ ਗਿਆ ਛਾਲ ਮਾਰਨ ਵਾਸਤੇ। ਜਿਸ ਵੇਲੇ ਉੱਤੇ ਚੜਿਆ ਨਾ ਤੇ ਉਹਦੀ ਨਜ਼ਰ ਪਈ ਨਾ ਪਲਾਟ 'ਚ ਕਿ ਇੱਕ ਜਨਾਬ ਬੰਦਾ ਉਹਨੇ ਦੇਖਿਆ ਉਹਦੇ ਦੋਵੇਂ ਬਾਹਾਂ ਕੋਈ ਨਹੀਂ। ਹਾਂ ਦੋਵੇਂ ਬਾਹਾਂ ਕੋਈ ਨਹੀਂ ਤੇ ਉਹ ਬੜੀਆਂ ਛਾਲਾਂ ਮਾਰਦਾ ਫਿਰ ਰਿਹਾ। ਉਹਨੇ ਕਿਹਾ ਯਾਰ ਮੇਰੀ ਇੱਕ ਕੋਈ ਨਹੀਂ ਤੇ ਮੈਂ ਜਨਾਬ ਦੇ ਜਿਹੜਾ ਨਾ ਜ਼ਿੰਦਗੀ ਤੋਂ ਅੱਕ ਗਿਆ ਇਹਦੀਆਂ ਦੋਵੇਂ ਕੋਈ ਤੇ ਮੈਨੂੰ ਬੰਦਾ ਬੜਾ ਖੁਸ਼ ਦਿਖ ਰਿਹਾ ਹੈ। ਇਹਨੂੰ ਪੁੱਛਿਆ ਜਾ ਕੇ ਗੁਫਾਰ ਮੁੱਲਾ ਹੇਠਾਂ ਉਤਰਿਆ ਭਾਈ ਆਪਣਾ ਕੈਂਸਲ ਕਰਕੇ ਪ੍ਰੋਗਰਾਮ। ਜਿਸ ਟਾਈਮ ਹੇਠ ਆ ਕੇ ਉਹਨੂੰ ਪੁੱਛਿਆ ਨਾ ਵੀ ਜਨਾਬ ਮੈਂ ਤਾਂ ਪੂਰੀ ਆਪਣੀ
ਸੁਣਾਈ ਉਹਨੇ ਅਦਾਸਤਾਨ ਵੀ ਇਸ ਤਰ੍ਹਾਂ ਕਰਕੇ ਆਇਆ ਸੀ। ਉਹਨੇ ਕਿਹਾ ਵੀ ਖੁਸ਼-ਖਸ਼ ਮੈਂ ਵੀ ਕੋਈ ਨਹੀਂ, ਮੇਰੇ ਹੋਰੇ ਇਹਨਾਂ ਮਾਊ ਲੜਦੇ ਆ। ਮਜਬੂਰੀ ਦਾ ਮਜਬੂਰੀ ਤਾਂ ਮੈਂ ਤਾਂ ਬਾਹਰ ਦਾ ਛਾਲਾ, ਹੁਣ ਮੈਂ ਐਡਾ ਰਾਜੀ ਬੈਠੀ। ਲਓ ਜੀ ਨਾ, ਬੜੇ ਟਾਈਮ ਦੀ ਗੱਲ ਆ। ਮੈਂ ਦਾਣੇ ਚੱਕੀ ਤੇ ਲੈ ਕੇ ਆ ਰਿਹਾ। ਉਹ ਤਾਂ ਗੱਡੇ ਹੁੰਦੇ ਸੀਗੇ ਹਾਈ ਸਾਹਿਬ, ਉਹ ਗੱਡੇ ਲੱਕੜ ਵਾਲੇ, ਲੱਕੜ ਦੇ ਪਈਆ। ਟੱਬਰ ਸਾਡਾ ਵੱਡਾ ਸੀ, 5-6 ਥੈਲੇ ਰੱਖੇ, ਅੱਛਾ, ਵਿੱਚੋਂ ਕੋ ਆਪਣਾ ਵੀ ਫੀਟੀ ਮਾਰ ਲਈਦੀ ਸੀ। ਝੱਗੇ 'ਚ ਟੋਪੀ ਕੱਢ ਲਈ ਸੀ। ਕੱਲ ਹੀ ਉਹ ਜਨਾਬ ਮੈਂ ਲੈ ਕੇ ਆ ਰਿਹਾ। ਅੱਗੇ ਨਾ ਇੱਕ ਮੇਰਾ ਦੋਸਤ ਖੜਿਆ ਜੀ, ਉਹ ਆਪਣੇ ਨਸ਼ੇ 'ਚ ਗੁੱਟ ਸੀਗਾ। ਬੜਾ ਹੁਸ਼ਿਆਰ ਆਦਮੀ ਸੀ, ਬਹੁਤ ਲੈਕ ਆਦਮੀ, ਜ਼ਹੀਨ ਆਦਮੀ, ਖਾਨਦਾਨੀ ਬੰਦੇ ਸੀ ਜੀ, ਬੜੇ ਵੱਡੇ ਜ਼ਿਮੀਂਦਾਰ। ਉਹਨੇ ਆ ਕੇ ਢੱਗੇ ਦੀ ਨਾਤ ਫੜ। ਅੱਛਾ, ਜਗ੍ਹਾ ਬਣ ਗਿਆ। ਨਹੀਂ ਜੀ, ਉਹਨੇ ਕਿਹਾ ਵੀ ਸਾਰੀ ਉਮਰ ਤੂੰ ਮਜ਼ਦੂਰੀਆਂ ਕਰਦਾ ਰਿਹਾ। ਉਹਨੇ ਕਿਹਾ ਗੋਲਿਆ ਮੰਗ ਕੀ ਮੰਗਣਾ। ਨਸਲ ਵੀ ਇਵੇਂ ਦੀ ਸੀ ਕਿ ਮਾਸ਼ਾਅੱਲਾ ਨਵਾਬੀ ਦੇਣ ਦਾ ਬੰਦਾ, ਉਹ ਨਵਾਬੀ ਦੇਣ ਦੇ ਬੰਦੇ ਦੀ ਗੱਲ। ਮੈਂ ਕਿਹਾ ਜੀ ਤੁਹਾਡਾ ਤੇ ਅੱਲਾ ਦਾ ਦਿਆ ਹੋਇਆ ਬੜਾ ਕੁਛ, ਸਾਰਾ ਤੁਹਾਡਾ ਹੀ ਖਾ ਰਿਹਾ। ਉਹਨੇ ਕਿਹਾ ਦੂਸਰਾ ਕਾਲ, ਉਹਨੇ ਕਿਹਾ ਮੇਰਾ ਦੂਸਰਾ ਕਾਲ ਆ, ਮੰਗ ਕੀ ਮੰਗਣਾ। ਦੂਸਰੀ ਵਾਰੀ ਫੇਰ ਮੈਂ ਕਿਹਾ ਤੁਹਾਡਾ ਤੇ ਅੱਲਾ ਦਾ ਦਿਆ ਹੋਇਆ ਬੜਾ ਕੁਛ ਆ ਜੀ। ਉਹਨੇ ਕਿਹਾ ਜੀ ਤੀਸਰਾ ਕਾਲ ਆ ਤੇ ਆਖਰੀ ਵਾਰੀ ਆ, ਮੰਗ ਕੀ ਮੰਗਣਾ। ਮੈਂ ਕਿਹਾ ਤੁਹਾਡੇ ਕੋਈ ਇੱਕੋ ਭੈਣ ਆ, ਉਹ ਤਾਂ ਸਾਥ ਅਜੇ ਸਾਡੇ ਸਾਲ ਦੇ ਲੈ ਕੋਈ ਨਹੀਂ। ਆ ਥੋੜਾ ਹੋ ਗਿਆ, ਮਰਨ ਹੋ ਗਿਆ। ਅੱਲਾ ਦੇ ਬੰਦੇ ਚੂੜਾ ਚੌਧਰੀ ਕੋਲ ਸਾਕ ਮੰਗੀ ਗਏ। ਹੁਣ ਇਲੈਕਸ਼ਨ ਹੋਏ ਨਾ, ਗੈਰ ਸਿਆਸੀ ਦੀ ਗੱਲ, ਸਿਆਸੀ ਵੀ ਹੈ ਗੈਰ ਸਿਆਸੀ ਵੀ ਹੈ। ਰਿਜ਼ਲਟ ਆਉਣ ਲੱਗ ਗਏ। ਇੱਕ ਕੈਂਡੀਡੇਟ ਗਿਆ ਨਾ, ਜਿਵੇਂ ਗਿਣਤੀਆਂ ਹੋਈਆਂ ਵਾਧਾ ਘਾਟਾ ਹੋਇਆ, ਕਿਸੇ ਦੇ ਕਦੇ ਵਧਾ ਦੇਣ, ਕਿਤੇ ਘਟਾ ਦੇਣ। ਉਹ ਉਹਨਾਂ ਦੀ ਮਿਸਾਲ ਹੈ ਜਿਵੇਂ ਇੱਕ ਨਾ ਮਾਸਟਰ ਨੇ ਆਪਣੀ ਕਲਾਸ ਤਿਆਰ ਕਰੀ ਜੀ, 5ਵੀਂ ਕਲਾਸ। ਉਹਨੇ ਕਿਹਾ ਵੀ ਹੁਣ ਮੈਂ ਇਸ ਕਲਾਸ ਦਾ ਨਾ ਟੈਸਟ ਦਵਾਉਣਾ ਆ, ਜਿਹੜਾ ਮਰਜ਼ੀ ਬੰਦਾ ਆ ਕੇ ਚੈੱਕ ਕਰ ਲਵੇ ਕਲਾਸ ਨੂੰ, ਵੀ ਮੈਂ ਸਵਾਲ ਪੁੱਛ। ਉਹਨੇ ਕਿਹਾ ਵੀ 2 ਦੂਣੀ, ਵੀ ਮੈਂ ਤੁਹਾਨੂੰ ਸਵਾਲ ਪੁੱਛਣਾ, ਦੱਸੋ ਵੀ 2 ਦੂਣੀ। ਇੱਕ ਮੁੰਡਾ ਸੀਗਾ ਰਾਣੇ ਸ਼ਹਾਦਰਾ ਤੇਜ, ਉਹਨੇ ਕਿਹਾ ਜੀ ਖਾਸਾ ਪੜ੍ਹਿਆ ਲਿਖਿਆ ਦਾ ਖੜਾ, ਉਹਨੇ ਕਿਹਾ 2 ਦੂਣੀ 6। ਮਾਸਟਰ ਹੈਰਾਨ ਹੋ ਗਏ ਵੀ ਸਾਲ ਪੂਰਾ ਮੈਂ ਜਲੀਲ ਹੋਇਆ ਜਿਵੇਂ ਇਹਨਾਂ ਤਾਂ ਸਾਲਿਆਂ ਨੂੰ 2 ਦੂਣੀ ਨਹੀਂ ਆ ਰਿਹਾ। ਉਹ ਕਹਿ ਰਿਹਾ 2 ਦੂਣੀ, ਕਹਿ ਰਿਹਾ ਮਾਸਟਰ ਜੀ 7। ਮਾਸਟਰ ਕੁਰਸੀ ਤੋਂ ਖੜੋ ਕਰ, ਕਹਾ 2 ਦੂਣੀ, ਕਹਿ ਰਿਹਾ ਜੀ 8। ਮਾਸਟਰ ਨੇ ਸੋਟਾ ਫੜ ਲਿਆ। ਮਾਸਟਰ ਫਿਰ ਪੁੱਛਿਆ ਵੀ ਬੇਟਾ ਗੱਲ ਸੁਣ ਮੇਰੀ, 2 ਦੂਣੀ ਮੈਂ ਕਹਿ ਰਿਹਾ। ਉਹਨੇ ਕਿਹਾ ਮਾਸਟਰ ਜੀ 10। ਉਹਨੇ ਸੋਟਾ ਲਿਆ, ਫੜ 2-3 ਠੋਕੇ ਨਾ, ਘਰ ਗਿਆ ਜੀ। ਅੱਗੇ ਉਹਦਾ ਅੱਬਾ ਸੀਗਾ, ਉਹਨੇ ਪੁੱਛਿਆ ਪੁੱਤਰਾ ਹੁਣ ਸਕੂਲੇ ਗਿਆ ਤੇ 10 ਮਿੰਟਾਂ 'ਚ ਤੂੰ ਘਰ ਹਟਿਆ। ਤੇ ਉਹਨੇ ਕਿਹਾ ਅੱਬਾ ਅੱਜ ਗੱਲ ਹੀ ਬੜੀ ਅਜੀਬ ਹੋਈ ਆ। ਮਾਸਟਰ ਨੇ ਮੇਰੇ ਕੋਲ ਪੁੱਛਿਆ 2 ਦੂਣੀ, ਮੈਂ ਕਿਹਾ ਜੀ 6। ਫਿਰ ਉਹਨੇ ਪੁੱਛਿਆ, ਮੈਂ ਕਿਹਾ ਜੀ 7। ਉਹ ਕਹਿ ਰਿਹਾ ਬੇਵਕੂਫ, ਬਸ 2 ਦੂਣੀ 4 ਹੁੰਦੇ। ਕਹਿ ਰਿਹਾ ਅੱਬਾ ਤੂੰ 4 ਕਹਿ ਰਿਹਾ, ਮੈਂ 10 ਤੱਕ ਕਹਿੰਦਾ। ਤੁਸੀਂ 4 ਤੁਸੀਂ ਚਾਹੇਂਗੇ ਗਿਣਤੀ ਵੀ ਸਾਡੇ ਕੋਲ 45 ਫਾਰਮ ਆ, 47 ਫਾਰਮ ਆ। ਸਹੀ ਬਾਤ। ਹਾਂਜੀ, ਮੈਂ ਤੁਹਾਨੂੰ ਇੱਕ ਨਾ ਵਾਕਿਆ ਸੁਣਾਉਣ ਲੱਗਾ ਆਪਣਾ ਬੀਤੀ ਦਾ। ਆਪ ਬੀਤੀ ਯਾਨੀ ਕਿ ਕਿਸੇ ਦਾ ਨਹੀਂ, ਮੈਂ ਆਪਣਾ ਹੀ ਬੀਤੀ ਸੁਣਾ ਰਿਹਾ ਤੁਹਾਨੂੰ। ਮੈਂ ਜਨਾਬ ਮੇਰੀ ਦੁਕਾਨ ਸੀ, ਮੇਰੀ ਦੁਕਾਨ ਸੀ ਭੱਠੇ ਤੇ, ਤੇ ਮੈਂ ਤਕਰੀਬਨ ਨਮਾਜ਼ ਪੜ੍ਹ ਕੇ ਭੱਠੇ ਤੇ ਪਹੁੰਚ ਜਾਂਦਾ ਸੀ। ਤੇ ਸਰਦੀ ਬਹੁਤ ਜ਼ਿਆਦਾ ਪੈ ਰਹੀ ਸੀ ਤੇ ਧੁੰਦ ਵੀ ਬਹੁਤ ਜ਼ਿਆਦਾ ਪੈ ਰਹੀ ਸੀ। ਤੇ ਮੈਂ ਟੀਵਲ ਦੇ ਵਿੱਚ ਰੱਖੇ ਹੋਏ ਸੀ ਪਠਾਨ, ਅਜੇ ਗੰਨਾ ਨਹੀਂ ਲੱਦੇ, ਗੰਨੇ ਦਾ ਮੌਸਮ ਸੀ, ਉਹ ਆਏ ਹੋਏ ਸੀ, ਗੰਨਾ ਲੱਦਦੇ ਸੀ। ਟੇਬਲ 'ਚ ਰੱਖੇ ਹੋਏ ਸੀ, ਟੀਵਲ ਵਾਲੇ ਕੋਠੇ 'ਚ ਰੱਖੇ ਹੋਏ ਸੀ। ਯਾਨੀ ਕਿ ਮੈਂ ਉਹਨਾਂ ਨੂੰ, ਮੈਂ ਕਿਹਾ ਪਹਿਲਾਂ ਗਿੱਠ ਮੁੱਠੀਆਂ ਹੁੰਦੇ ਸੀ ਨਾ ਸ਼ਾਇਦ, ਉਹ ਹੋਣ ਨਹੀਂ ਮੈਂ ਉਹਨਾਂ ਨੂੰ ਬਿਠਾਇਆ ਹੋਇਆ ਸੀ ਵੀ ਚਲ ਤਾਰਾਂ ਤੂਰਾਂ ਵੀ ਕਟਿੰਦੀਆਂ। ਮੈਂ ਕਹਿੰਦਾ ਬੈਠੇ ਰਹੋ, ਪਹਿਰੇ ਦਾ ਪਹਿਰਾ। ਉਹ ਜਿਸ ਟਾਈਮ ਮੈਂ ਗਿਆ ਤੇ ਪਠਾਨ ਜਨਾਬ ਨਾ ਆਈਏ, ਯਾਨੀ ਕਿ ਸੂਰਜ ਨਹੀਂ ਸੀ ਚੜਿਆ ਤੇ ਪਠਾਨ ਨਾ ਖੂਹ ਦੇ ਵਿੱਚ ਉਤਰ ਰਿਹਾ ਸੀ। ਜਿਸ ਟਾਈਮ ਜਨਾਬ ਉਹ ਸੀੜੀਆਂ ਫੜ ਕੇ ਨਾ, ਸੀੜੀਆਂ ਨਹੀਂ ਲੱਗੀਆਂ ਸੀ ਆਪਣੇ ਸਰੀਏ ਦੀਆਂ, ਉਹ ਫੜ ਕੇ ਥੱਲੇ ਜਾ ਰਿਹਾ ਸੀ। ਉਹ ਜਨਾਬ ਜੀ ਐਂਡ ਤੇ ਪਹੁੰਚ ਗਿਆ। ਅੱਛਾ, ਉਹ मैं ਉਹਨੂੰ ਕਹਿ ਰਿਹਾ ਕਿ ਉਹ खान साहब तुम कैसे उतर रहा है, आराम आराम से
है स्पीड से उतरो, कह रहा तुम उतर के दिखाओ। मैं जनाब ने वो डंडे ਨੂੰ ਫੜਿਆ ਪਹਿਲੇ ਨੂੰ, ਤਜਰਬੇਕਾਰ ਸੀ ਡੰਡੇ ਨੂੰ ਫੜਿਆ ਤੇ ਮੈਂ ਲੰਕਿਆ ਥੱਲੇ ਤੇ ਮੁੜ ਕੇ ਮੇਰੇ ਹੱਥ ਛੁੱਟ ਗਏ। ਠੰਡ ਸੀ, ਠੰਡੇ ਹੱਥ ਹੋਏ ਸੀ, ਹੱਥ ਛੁੱਟ ਗਏ। ਮੈਂ ਇਹਨੂੰ ਫੜਨਾ ਕਿਉਂ, ਡੰਡਾ ਨਹੀਂ ਸੀ ਫੜਨਾ। ਅੱਛਾ, ਉਹ ਸਪੀਡ ਦੇ ਨਾਲ ਮੈਂ ਜਨਾਬ ਲਈ ਪਠਾਨ ਦੇ ਕੰਧੇ ਉੱਤੇ ਚਲਾ ਗਿਆ। इतना इधर हो गई किधर हो गई। पठान कह रहा तुम यार कैसे आया? मैं क्या, मैं तो रोजाना ऐसे ही आता हूं। कह रहा तुम यार इतनी जल्दी कैसे आ गया? मैं तो रोजाना ऐसे ही आता हूं। मैं 2 सेकंड में अंदर चला गया। मैं शुक्र या अल्लाह तेरा शुक्र है कि मेरा सिर मजा आ गया गल सुन के, बहुत मजा ਉਹ ਜਨਾਬ ਗੱਲ ਤੁਹਾਨੂੰ ਇਹ ਸੁਣਾਉਣ ਲੱਗਾ ਵੀ ਇੱਕ ਨਾ ਕੋਈ ਜੱਟ ਜ਼ਿਮੀਂਦਾਰ ਬੰਦਾ ਸੀ, ਜਿਸ ਵੇਲੇ ਉਹ ਹੋਇਆ ਨਾ 70-80 ਸਾਲ ਦੀ ਉਮਰ 'ਚ, ਤੇ ਉਹਨੂੰ ਨਾ ਕੋਈ ਲਗਾਓ ਹੋ ਗਿਆ, ਮਸਜਿਦ ਜਾਇਆ ਕਰੇ ਤੇ ਬੜੀਆਂ ਜਨਾਬ ਦੁਆਵਾਂ ਮੰਗਿਆ ਤੇ ਜਾਇਆ ਕਰੇ ਉਸ ਟਾਈਮ ਜਿਸ ਟਾਈਮ ਨਾਲ ਸਾਰੇ ਨਮਾਜ਼ ਨੇ ਇਸ਼ਾ ਦੀ ਨਮਾਜ਼ ਪੜ੍ਹ ਕੇ ਚਲੇ ਜਾ ਵਾਪਸ ਆ ਜਾਣਾ, ਹਾਂ ਖਾਲੀ ਮਸਜਿਦ ਜਾਣਾ। ਹਾਂ ਮਸਜਿਦ ਦੇ ਵਿੱਚ ਉਹਨੇ ਬੈਠ ਕੇ ਨਾ ਅੱਲਾਹ ਪਾਕ ਅੱਗੇ ਦੁਆਵਾਂ ਮੰਗਣੀਆਂ ਵੀ ਯਾ ਅੱਲਾਹ ਮੈਨੂੰ ਆਪਣੇ ਨਾ ਕੋਲ ਸੱਦ ਲਾ। ਹੋਰ ਮਸਲਨ ਵੀ ਬੜੀ ਲਗਾਅ ਹੋ ਗਈ। ਉਹ ਨਾਲ ਸੀ ਮੀਰ ਆਲਮ ਦਾ ਘਰ ਹੈ। ਉਹਨੇ ਇੱਕ ਵਾਰੀ ਸੁਣੀ, 2 ਵਾਰੀ ਸੁਣੀ ਕਿ ਉਹਨੇ ਕਿਹਾ ਚੰਗਾ। ਉਹ ਜਨਾਬ ਜੀ ਨਾ ਉਹਦੇ ਆਉਣ ਤੋਂ ਪਹਿਲਾਂ ਨਾ ਮਸਜਿਦ ਦੀ ਛੱਤ ਚੜ੍ਹ ਕੇ ਬਹਿ ਗਿਆ ਮੀਰ ਆਲਮ। ਉਹਨੇ ਕਿਹਾ ਵੀ ਅੱਜ ਇਹਨੂੰ ਬੁਲਾ ਹੀ ਲੈਂਦੇ। ਉਹਨੇ ਜਨਾਬ ਲਈ ਆਪਣੀ ਰੂਟੀਨ ਦੇ ਹਿਸਾਬ ਨਾਲ ਗਿਆ, ਜਨਾਬ ਅੱਲਾ ਅੱਲਾ ਆਪਣੀ ਕਰੀ। ਉਸ ਤੋਂ ਬਾਅਦ ਉਹਨੇ ਕਿਹਾ ਯਾ ਮੇਰੇ ਅੱਲਾਹ ਮੈਨੂੰ ਆਪਣੇ ਕੋਲ ਸੱਦ ਲਾ। ਉੱਤੋਂ ਜਨਾਬ ਬੋਲਿਆ ਮੀਰ ਆਲਮ, ਉਹਨੇ ਕਿਹਾ ਬੰਦੇ ਮੈਂ ਤਾਂ ਬੁਲਾਉਣਾ, ਤੂੰ ਆਉਣ ਵਾਲਾ ਬਣ। ਉਹਨੇ ਕਿਹਾ ਠੀਕ ਆ, ਅੱਜ ਅੱਲਾ ਨੇ ਸੁਣੀ ਆ। ਉਹਨੇ ਕਿਹਾ ਯਾ ਅੱਲਾ ਮੈਂ ਕਿਵੇਂ ਆਵਾਂ? ਉਹਨੇ ਕਿਹਾ ਮੈਂ ਦੱਸਦਾ ਜੀ। ਉਹਨੇ ਜਨਾਬ ਉਹਨੂੰ ਨਾ ਰੱਸਾ ਹੇਠ ਲਟਕਾ ਦਿੱਤਾ ਹੌਲੀ ਜੀ, ਆਪ ਨੂੰ ਕਹਿ ਰਹੇ ਹਾਂ। ਉਹਨੇ ਹੇਠ ਰਿਸ਼ਕ ਦੀ ਗੰਢ ਪਾ ਕੇ ਰੱਸਾ ਪਾ ਲਟਕਾ ਦਿੱਤੇ। ਉਹਨੇ ਕਿਹਾ ਯਾ ਅੱਲਾ ਕਿਵੇਂ ਪਾਵਾਂ? ਉਹਨੇ ਕਿਹਾ ਮੇਰੇ ਬੰਦੇ ਇਹਨੂੰ ਥੋੜੀ ਜਿਹੀ ਢਿੱਲੇ ਕਰਕੇ ਗਲ 'ਚ ਪਾ ਲੈ। ਉਹਨੇ ਜਨਾਬ ਗਲ 'ਚ ਪਾ ਲਿਆ। ਮੀਰ ਆਲਮ ਨੇ ਤਾਂ ਖਿੱਚਣਾ ਸ਼ੁਰੂ ਕਰ ਦਿੱਤਾ। ਜਿਸ ਵੇਲੇ ਜਨਾਬ ਉਹਨੂੰ ਘੋਟੂ ਜਿਹਾ ਆਇਆ ਨਾ, ਉਹ ਕਹਿੰਦਾ ਯਾ ਅੱਲਾ ਮੈਨੂੰ ਕਰ ਦੇ, ਮੈਂ ਯਾ ਅੱਲਾ ਮੈਨੂੰ ਮਾਫ ਕਰ ਦੇ। ਘੋਟੂ ਜਿਹਾ ਆ ਗਿਆ, ਉਹਨੇ ਛੱਡਿਆ ਨਾ, ਦੜਾ ਲਾਇਆ ਫਰਸ਼ ਤੇ, ਉਹਨੇ ਕਢਾਇਆ ਰੱਸਾ ਤੇ ਜਨਾਬ ਭੱਜ ਪਿਆ ਘਰ ਚਲਿਆ। ਘਰ ਜਾ ਕੇ ਉਹਨੂੰ ਚੜ੍ਹ ਬੁਖਾਰ ਗਿਆ, ਬੁਖਾਰ ਚੜ੍ਹ ਗਿਆ, ਡਰ ਗਿਆ ਨਾ। ਹੁਣ ਜਨਾਬ ਮੇਰੀ ਬੁਖਾਰ ਨਾਲ ਪਿਆ ਤੇ ਉਹਦੀ ਹੁਣ ਨਾ ਔਰਤ ਕਹਿ ਰਹੀ ਯਾ ਅੱਲਾ, ਨਾਲੇ ਉਹਦੀ ਮੁੱਠੀ ਚਾਪੀ ਕਰ ਰਹੀ ਵੀ ਯਾ ਅੱਲਾ ਜਿਹੜੀ ਇਹਦੀ ਤਕਲੀਫ ਹੈ ਨਾ, ਇਹਦੀ ਤਕਲੀਫ ਤੂੰ ਮੈਨੂੰ ਦੇ ਦੇ, ਇਹਦੀ ਨਾ ਜਾਨ ਕੱਢ ਮੇਰੀ ਕੱਢ ਲਾ। ਉਹ ਹੁਣ ਬੜਾ ਰਾਜੀ ਹੋ ਰਿਹਾ ਜੱਟ। ਉਹਨੇ ਕਿਹਾ ਵਾਹ ਬਈ ਵਾਹ, ਮੇਰੀ ਔਰਤ ਐਡੀ ਚੰਗੀ। ਸਹੀ ਗੱਲ। ਸੌ ਕੇ ਜਨਾਬ ਉਹਨਾਂ ਨੇ ਇੱਕ ਗਾਂ ਤੇ ਵੱਛੀ ਬੰਨੀ ਹੋਈ ਸੀ ਨਾਲ ਹੀ, ਇੱਕੋ ਕਮਰੇ 'ਚ। ਉਹ ਰਾਤ ਨੂੰ ਨਾ ਵੱਛਾ ਉਹਨੂੰ ਅਕਸਰ ਆਦਤ ਹੁੰਦੀ ਹੈ ਉਹਦੇ ਪੈਰ ਪੂਰਾ ਲੱਗ ਗਏ ਚੱਟਣ। ਉਹ ਲੱਗ ਗਈ ਉਸ ਦੀ ਬੀਵੀ ਦੀ ਪੈਰਾਂ ਨੂੰ ਚੱਟਣ। ਉਹਨੇ ਸੁਣਿਆ ਹੈ ਸੀ ਵੀ ਜੇ ਪੈਰਾਂ ਤੋਂ ਜਾਨ ਨਿਕਲਦੀ। ਉਹ ਜਨਾਬ ਉਹਨੇ ਕਿਹਾ ਲੈ ਵੀ ਮੇਰੀ ਦੁਆ ਕਬੂਲ ਹੋ ਗਈ, ਜਿਹੜਾ ਮੇਰੀ ਜਾਨ ਲੱਗ ਰਹੀ ਨਿਕਲਦੀ। ਉਹਨੇ ਕਿਹਾ ਯਾ ਅੱਲਾ ਮੈਂ ਤਾਂ ਉਹਨੂੰ ਮਖੌਲ ਕਰ ਰਹੀ ਸੀ, ਉਹ ਪਿਆ ਜਿਹਦੀ ਕੱਢ। ਉਹਨੇ ਕਿਹਾ ਤੇਰਾ ਮੇਰਾ ਕਹਿੰਦਾ ਮਸਨੂਹੀ ਮੁਹੱਬਤ ਹੋ ਰਹੀ ਐ ਜੇ ਭਾਈ ਸਿਸਟਮ। ਪਰ ਬਈ ਸਾਡੀ ਨਹਾ ਵੀ ਲਿਆ ਕਰ, ਮਹੀਨਾ ਹੋ ਗਿਆ। ਨਹਾਇਆ ਤਾਂ ਹੈ ਸੀ, ਲੱਗ ਨਹੀਂ ਰਿਹਾ। ਉਹਦੀ ਕਬਜੀ ਹੋਈ ਆ। ਨਾਲੇ ਇਹ ਨਾਲੇ ਆਪਾਂ ਜਨਾਬ ਅਲੀ ਨੇ ਸਰਮ ਮਾਰ ਕੇ ਆਏ ਫਰੈਸ਼।